सत श्री अकाल। मैं जतिंदर सिंह खेरा टीवी पंजाब ਦੇ ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਆਓ ਨਿਗਾਹ ਮਾਰਦੇ ਹਾਂ ਅੱਜ ਦੀਆਂ ਝੋਟੀਆਂ ਖਬਰਾਂ ਤੇ। ਹਰਿਆਣਾ ਪੁਲਿਸ ਦਾ ਬੇਰਹਿਮ ਚਿਹਰਾ ਫਿਰ ਆਇਆ ਸਾਹਮਣੇ। ਕਰਨਾਲ ਟੋਲ ਪਲਾਜ਼ਾ ਤੇ ਕਿਸਾਨਾਂ ਉੱਤੇ ਵਰਾਈਆਂ ਅੰਨ੍ਹੇਵਾਹ ਲਾਠੀਆਂ। ਕਈ ਕਿਸਾਨ ਹੋਏ ਜ਼ਖਮੀ। ਚੜੂਨੀ ਨੇ ਲੋਕਾਂ ਨੂੰ ਸੜਕਾਂ ਤੇ ਉਤਰਨ ਦੀ ਕੀਤੀ ਅਪੀਲ। ਗਿੱਦੜਬਾਹਾ ਵਿਖੇ ਰਾਜਾ ਵੜਿੰਗ ਨੂੰ ਸਵਾਲ ਪੁੱਛਣ ਪਹੁੰਚੇ ਕਿਸਾਨਾਂ ਨੂੰ ਪੁਲਿਸ ਨੇ ਰੋਕਿਆ। ਰਾਜਾ ਵੜਿੰਗ ਨੇ ਕਿਹਾ ਪੁਲਿਸ ਨੇ ਦਿੱਤੀ ਹੈ ਕਿਸਾਨਾਂ ਦੇ ਧਰਨੇ ਸਥਾਨ ਉੱਤੇ ਨਾ ਜਾਣ ਦੀ ਸਲਾਹ। ਕਿਸਾਨਾਂ ਨੇ ਕਿਹਾ ਵੜਿੰਗ ਉਹਨਾਂ ਦੇ ਸਵਾਲਾਂ ਤੋਂ ਭੱਜ ਰਿਹਾ ਹੈ। ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਨੌਜਵਾਨਾਂ ਤੇ ਭੜਕੇ। ਨੌਜਵਾਨਾਂ ਨੇ ਪੁੱਛੇ ਸੀ ਖੇਤੀ ਕਾਨੂੰਨਾਂ ਬਾਰੇ ਕੁਝ ਤਿੱਖੇ ਸਵਾਲ। ਜਲਾਲਪੁਰ ਨੇ ਕਿਹਾ ਆਪਣੇ ਪਿੰਡ ਦੇ ਕੰਮ ਨਹੀਂ ਕਰਵਾਉਣੇ ਚਾਹੁੰਦੇ ਤੇ ਨਾ ਕਰਵਾਓ, ਅੱਗੇ ਤੋਂ ਨਹੀਂ ਆਵਾਂਗਾ ਤੁਹਾਡੇ ਪਿੰਡ। ਪੰਜਾਬ ਦੇ ਲੋਕਾਂ ਨੂੰ ਛੇਤੀ ਮਿਲ ਸਕਦੀ ਹੈ ਸਸਤੀ ਬਿਜਲੀ। ਮੀਡੀਆ ਰਿਪੋਰਟਾਂ ਅਨੁਸਾਰ ਕੈਪਟਨ ਸਰਕਾਰ ਨੇ ਨਿੱਜੀ ਪਾਵਰ ਪਲਾਂਟਾਂ ਨੂੰ ਬਿਜਲੀ ਸਮਝੌਤੇ ਰੱਦ ਕਰਨ ਲਈ ਨੋਟਿਸ ਭੇਜੇ। ਆਮ ਆਦਮੀ ਪਾਰਟੀ ਨੇ ਕਿਹਾ ਕੈਪਟਨ ਤੇ ਯਕੀਨ ਨਹੀਂ। ਅਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਨਵਜੋਤ ਸਿੰਘ ਸਿੱਧੂ ਦੀ ਕੀਤੀ ਮਿਸਤਰੀ ਨਾਲ ਤੁਲਨਾ। ਵਿਜ ਨੇ ਟਵਿੱਟਰ ਤੇ ਲਿਖਿਆ ਜਿਹੜਾ ਮਿਸਤਰੀ ਆਪਣੇ ਹੀ ਘਰ ਦੀਆਂ ਇੱਟਾਂ ਚੁੱਕ ਕੇ ਸੁੱਟਣ ਲੱਗ ਜਾਵੇ ਤਾਂ ਉਸ ਨੂੰ ਘਰ ਨੂੰ ਡਿੱਗਣ ਵਿੱਚ ਦੇਰ ਨਹੀਂ ਲੱਗਦੀ। ਮਨੀਸ਼ ਤਿਵਾੜੀ ਨੇ ਵੀ ਕੱਸਿਆ ਸਿੱਧੂ ਤੇ ਤੰਜ। ਤੇ ਹੁਣ ਖਬਰਾਂ ਵਿਸਥਾਰ ਨਾਲ। ਕਰਨਾਲ ਦੇ ਘਰੌਂਡਾ ਟੋਲ ਟੈਕਸ ਬੈਰੀਅਰ ਤੇ ਸ਼ਾਂਤੀਪੂਰਨ ਤਰੀਕੇ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਹਰਿਆਣਾ ਪੁਲਿਸ ਨੇ ਅੰਨ੍ਹੇਵਾਹ ਲਾਠੀਆਂ ਵਰਾਈਆਂ ਹਨ। ਇਸ ਲਾਠੀਚਾਰਜ ਵਿੱਚ ਕਈ ਕਿਸਾਨ ਫੱਟੜ ਹੋਏ ਹਨ। ਦਰਅਸਲ ਇਸ ਟੋਲ ਪਲਾਜ਼ਾ ਤੋਂ ਜਦ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਕਾਫਲਾ ਲੰਘ ਰਿਹਾ ਸੀ ਤਾਂ ਕਿਸਾਨਾਂ ਨੇ ਉਹਨਾਂ ਨੂੰ ਕਾਲੇ ਝੰਡੇ ਵਿਖਾ ਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਉੱਤੇ ਹਰਿਆਣਾ ਪੁਲਿਸ ਨੇ ਕਿਸਾਨਾਂ ਤੇ ਤਾਬੜਤੋੜ ਲਾਠੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਨੇ ਕਿਸਾਨਾਂ ਨੂੰ ਭਜਾ ਕੇ ਕੁੱਟਿਆ। ਕਿਸਾਨਾਂ ਤੇ ਹੋਏ ਇਸ ਲਾਠੀਚਾਰਜ ਦੀ ਗੁਰਨਾਮ ਚੜੂਨੀ ਨੇ ਤੇ ਹੋਰਨਾਂ ਕਿਸਾਨ ਆਗੂਆਂ ਨੇ ਕਰੜੀ ਨਿਖੇਧੀ ਕੀਤੀ ਹੈ। ਕਰਨਾਲ ਦੇ ਘਰੌਂਡਾ ਟੋਲ ਟੈਕਸ ਬੈਰੀਅਰ ਉੱਤੇ ਸ਼ਾਂਤੀਪੂਰਨ ਤਰੀਕੇ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉੱਤੇ ਹਰਿਆਣਾ ਪੁਲਿਸ ਨੇ ਜ਼ੁਲਮਾਂ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਨੇ। ਪੁਲਿਸ ਨੇ ਬੜੀ ਹੀ ਬੇਰਹਿਮੀ ਦੇ ਨਾਲ ਕਿਸਾਨਾਂ ਉੱਤੇ ਲਾਠੀਆਂ ਵਰਾਈਆਂ ਅਤੇ ਉਹਨਾਂ ਨੂੰ ਬੁਰੀ ਤਰ੍ਹਾਂ ਨਾਲ ਫੱਟੜ ਕਰ ਦਿੱਤਾ। ਪੁਲਿਸ ਕਿਸਾਨਾਂ ਨੂੰ ਗੰਦੀਆਂ ਗਾਲਾਂ ਕੱਢ ਕੇ ਡੰਡੇ ਮਾਰ ਰਹੀ ਸੀ। ਪੁਲਿਸ ਨੇ ਕਿਸਾਨਾਂ ਨੂੰ ਭਜਾ ਕੇ ਕੁੱਟਿਆ। ਪੁਲਿਸ ਦੀ ਬੇਰਹਿਮੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਵਿੱਚ ਕਿਸਾਨ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਪੁਲਿਸ ਉਹਨਾਂ ਦਾ ਪਿੱਛਾ ਕਰਦੇ ਹੋਏ ਵੀ ਲਾਠੀਆਂ ਮਾਰ ਰਹੀ ਹੈ। ਉਧਰ ਕਿਸਾਨਾਂ ਉੱਤੇ ਹੋਏ ਇਸ ਲਾਠੀ ਚਾਰਜ ਦੀ ਗੁਰਨਾਮ ਸਿੰਘ ਚੜੂਨੀ ਤੇ ਹੋਰਨਾਂ ਕਿਸਾਨ ਆਗੂਆਂ ਨੇ ਕਰੜੀ ਨਿਖੇਧੀ ਕੀਤੀ ਹੈ। ਚੜੂਨੀ ਨੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਸੜਕਾਂ ਉੱਤੇ ਉਤਰਨ ਅਤੇ ਆਪਣੇ ਨੇੜੇ ਦੇ ਟੋਲ ਪਲਾਜ਼ਾ ਤੇ ਹੋਰਨਾਂ ਮਾਰਗਾਂ ਨੂੰ ਜਾਮ ਕਰ ਦੇਣ। साथियों, अभी खबर मिली है कि करनाल के अंदर मुख्यमंत्री का प्रोग्राम था और हमारे लोग बस्ताड़ा टोल पे इकट्ठे हो रहे थे और बस्ताड़ा टोल पे ही जो करनाल से करीब 15 किलोमीटर की दूरी पर है वहाँ पे पुलिस ने जाके लाठीचार्ज किया है। बहुत से किसानों को चोटें आई है, बहुत से किसानों के सिर फूट गए हैं और बहुत से किसानों को लाठियाँ लगी है। तो मेरा सभी किसानों से अनुरोध है, जो भी आसपास के करनाल के आसपास के किसान हैं वो जल्दी से जल्दी बस्ताड़ा टोल पे, जो जिसको घरौंडा टोल भी बोलते हैं, जल्दी से जल्दी वहाँ सभी लोग पहुँचे
और हमें हर अत्याचार का मुकाबला करना है, लेकिन हमारे भाई शांति बना के रखेंगे। हमारा भाई कोई उपद्रव नहीं करेगा, कोई बट्टा लाठी नहीं मारेगा, लेकिन ज्यादा से ज्यादा तुरंत बस्ताड़ा टोल पे पहुंचे। जितने भी आसपास के साथी हैं वहाँ पे भारी लाठीचार्ज हो गया है। सभी किसान साथियों ਨੂੰ ਅੰਬਾਲੇ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਸੰਭੂ ਟੂਲ ਪਲਾਜ਼ਾ ਪਾ ਅੰਬਾਲਾ ज़्यादा से ज़्यादा संख्या में इकट्ठे हो। जो हमारे किसाना गैल करनाल बस्ताड़ा टोल पर लाठीचार्ज होया या उसके बारे में हम यहीं बैठ कर कोई निर्णय लेंगे। जिस तरह भी कोई आदेश आवेगा संयुक्त मोर्चे का अपन ने उस पर काम करना है और जो भी यहाँ डिसीजन लिया जाएगा उसी हिसाब से अपन ने चलना है। ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਅੱਜ ਕਰਨਾਲ ਵਿੱਚ ਇੱਕ ਮੀਟਿੰਗ ਸੀ। ਇਸ ਮੀਟਿੰਗ ਵਿੱਚ ਭਾਗ ਲੈਣ ਲਈ ਜਦੋਂ ਉਹਨਾਂ ਦਾ ਕਾਫਲਾ ਕਰੋਂਡਾ ਟੋਲ ਟੈਕਸ ਬੈਰੀਅਰ ਤੋਂ ਲੰਘ ਰਿਹਾ ਸੀ ਤਾਂ ਕਿਸਾਨਾਂ ਨੇ ਉਹਨਾਂ ਨੂੰ ਕਾਲੇ ਝੰਡੇ ਵਿਖਾਏ। ਕਿਸਾਨਾਂ ਦੇ ਇਸ ਵਿਰੋਧ ਪ੍ਰਦਰਸ਼ਨ ਦੌਰਾਨ ਸਥਾਨਕ ਪ੍ਰਸ਼ਾਸਨ ਦੇ ਹੁਕਮਾਂ ਉੱਤੇ ਪੁਲਿਸ ਨੇ ਕਿਸਾਨਾਂ ਤੇ ਅੰਨ੍ਹੇਵਾਹ ਲਾਠੀਆਂ ਵਰ੍ਹਾਈਆਂ, ਜਿਸ ਵਿੱਚ ਕਈ ਕਿਸਾਨਾਂ ਦੇ ਜ਼ਖਮੀ ਹੋਣ ਦੀ ਖਬਰ ਵੀ ਸਾਹਮਣੇ ਆ ਰਹੀ ਹੈ। ਅੱਜ ਗਿੱਦੜਬਾਹਾ ਨੇੜੇ ਪਿੰਡ ਕੋਟਲੀ ਅਬਲੂ ਵਿਖੇ ਪਹੁੰਚੇ ਵਿਧਾਇਕ ਰਾਜਾ ਵੜਿੰਗ ਨੂੰ ਵੀ ਕਿਸਾਨਾਂ ਨੇ ਘੇਰਨ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਉਹਨਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਕਿਸਾਨਾਂ ਅਨੁਸਾਰ ਉਹ ਰਾਜਾ ਵੜਿੰਗ ਨੂੰ ਸਵਾਲ ਕਰਨਾ ਚਾਹੁੰਦੇ ਸਨ, ਪਰ ਉਹ ਸਾਹਮਣੇ ਨਹੀਂ ਆ ਰਹੇ। ਦੂਜੇ ਪਾਸੇ ਰਾਜਾ ਵੜਿੰਗ ਦਾ ਕਹਿਣਾ ਸੀ ਕਿ ਉਹਨਾਂ 5 ਕਿਸਾਨਾਂ ਦੇ ਵਫਦ ਨੂੰ ਮਿਲਣ ਲਈ ਸਮਾਂ ਦਿੱਤਾ ਸੀ, ਪਰ ਉਹਨਾਂ ਨੂੰ ਇਹ ਮਨਜ਼ੂਰ ਨਹੀਂ ਹੈ। ਕਿਸਾਨਾਂ ਉਹਨਾਂ ਨੂੰ ਧਰਨੇ ਵਾਲੇ ਸਥਾਨ ਤੇ ਬੁਲਾਉਣਾ ਚਾਹੁੰਦੇ ਸਨ, ਪਰ ਪੁਲਿਸ ਇਸ ਦੀ ਇਜਾਜ਼ਤ ਨਹੀਂ ਦੇ ਰਹੀ। ਰਾਜਾ ਵੜਿੰਗ ਨੇ ਕਾਨੂੰਨ ਵਿਵਸਥਾ ਦਾ ਹਵਾਲਾ ਦਿੰਦੇ ਹੋਏ ਕਿਸਾਨਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਕਿਸਾਨਾਂ ਵੱਲੋਂ ਪਿੰਡ 'ਚ ਪਹੁੰਚ ਰਹੇ ਰਾਜਸੀ ਆਗੂਆਂ ਨੂੰ ਘੇਰ ਕੇ ਉਹਨਾਂ ਤੋਂ ਸਵਾਲ ਕੀਤੇ ਜਾ ਰਹੇ ਨੇ। ਅੱਜ ਗਿੱਦੜਬਾਹਾ ਨੇੜੇ ਪਿੰਡ ਕੋਟਲੀ ਅਬਲੂ ਵਿਖੇ ਪਹੁੰਚੇ ਵਿਧਾਇਕ ਰਾਜਾ ਵੜਿੰਗ ਨੂੰ ਵੀ ਕਿਸਾਨਾਂ ਨੇ ਘੇਰਨ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਉਹਨਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਕਿਸਾਨਾਂ ਅਨੁਸਾਰ ਉਹ ਰਾਜਾ ਵੜਿੰਗ ਨੂੰ ਸਵਾਲ ਕਰਨਾ ਚਾਹੁੰਦੇ ਸਨ, ਪਰ ਉਹ ਸਾਹਮਣੇ ਨਹੀਂ ਆ ਰਹੇ। ਕਿਸਾਨਾਂ ਨੇ ਕਿਹਾ ਕਿ ਕਾਂਗਰਸ ਨੇ ਸੂਬੇ 'ਚ ਕਿਸਾਨੀ ਕਰਜ਼ੇ ਮੁਆਫ ਕਰਨ ਅਤੇ 4 ਹਫ਼ਤਿਆਂ 'ਚ ਨਸ਼ੇ ਬੰਦ ਕਰਨ ਦਾ ਵਾਅਦਾ ਕੀਤਾ ਸੀ। ਅੱਜ ਸੂਬੇ 'ਚ ਸਰਕਾਰ ਦੇ ਕਾਰਜਕਾਲ ਦਾ 4.5 ਸਾਲ ਦਾ ਸਮਾਂ ਬੀਤਣ ਦੇ ਬਾਅਦ ਵੀ ਕੋਈ ਵਾਅਦਾ ਪੂਰਾ ਨਹੀਂ ਕੀਤਾ ਗਿਆ। ਦੂਜੇ ਪਾਸੇ ਕਾਂਗਰਸ ਦੇ ਲੀਡਰ ਉਹਨਾਂ ਦੇ ਸਵਾਲਾਂ ਤੋਂ ਭੱਜ ਰਹੇ ਨੇ। ਜੀ ਅੱਜ ਅਸੀਂ 3 ਸਾਡੇ ਪਿੰਡ ਕਿਸਾਨ ਜਥੇਬੰਦੀਆਂ ਬਣੀਆਂ, ਤਿੰਨਾਂ ਨੇ ਅਸੀਂ ਸਿਆਸੀ ਲੀਡਰਾਂ ਦਾ ਬਾਈਕਾਟ ਕੀਤਾ ਹੈ ਵੀ ਜੀ ਉਹ ਸਾਡੇ ਪਿੰਡ ਦੇ ਵਿੱਚ ਆਉਣਗੇ ਤਾਂ ਅਸੀਂ ਉਹਨਾਂ ਨੂੰ ਸਵਾਲ ਪੁੱਛਾਂਗੇ, ਚਾਹੇ ਉਹ ਆਮ ਆਦਮੀ ਪਾਰਟੀ ਹੈ, ਚਾਹੇ ਉਹ ਕਾਂਗਰਸ, ਚਾਹੇ ਅਕਾਲੀ। ਅੱਜ ਸਾਡੇ ਇੱਥੇ ਰਾਜਾ ਵੜਿੰਗ ਜੀ ਆਏ ਸੀ, ਅਸੀਂ ਉਹਨਾਂ ਨੂੰ ਸਵਾਲ ਜਵਾਬ ਪੁੱਛਣੇ ਸੀ ਵੀ ਮੌਜੂਦਾ ਸਰਕਾਰ ਇਸ ਟਾਈਮ ਕਾਂਗਰਸ ਦੀ ਹੈ। ਕਾਂਗਰਸ ਨੇ ਸਾਨੂੰ ਜੋ ਉੱਲੂ ਬਣਾ ਕੇ ਸਰਕਾਰ ਆਈ ਹੈ ਕਿਸਾਨਾਂ ਨੂੰ, ਇਹਨਾਂ ਨੇ ਕਿਹਾ ਪੂਰੇ ਪੰਜਾਬ ਨੂੰ ਉੱਲੂ ਬਣਾਇਆ, ਇਕੱਲੇ ਕਿਸਾਨਾਂ ਨੂੰ ਨਹੀਂ। ਇਹਨਾਂ ਨੇ ਸਭ ਤੋਂ ਪਹਿਲਾਂ ਤਾਂ ਕਿਹਾ ਵੀ ਜੋ ਤੁਹਾਡਾ ਕਿਸਾਨਾਂ ਦਾ ਆੜ੍ਹਤੀਆਂ ਦਾ ਕਰਜ਼ਾ ਤੇ ਬੈਂਕਾਂ ਦਾ ਸੁਸਾਇਟੀਆਂ ਦਾ ਉਹ 'ਤੇ ਲੀਕ ਮਾਰ ਦਿੱਤੀ ਜਾਊਗੀ। ਠੀਕ ਹੈ ਜੀ, ਉਹ ਇਹਨਾਂ ਨੇ ਨਹੀਂ ਮਾफ़ ਕੀਤਾ। 4.5 ਸਾਲ ਹੋ ਗਏ ਸਰਕਾਰ ਨੂੰ। ਫਿਰ ਜੀ ਦੂਜਾ ਇਹਨਾਂ ਨੇ ਵਾਅਦਾ ਕੀਤਾ ਸੀਗਾ ਵੀ ਜਵਾਨੀ ਨਸ਼ੇ ਨਾਲ ਮਰ ਰਹੀ ਹੈ, ਚਿੱਟੇ ਨਾਲ ਮਰ ਰਹੀ ਹੈ। ਇਹਨਾਂ ਨੇ ਕਿਹਾ ਸੀ ਵੀ 4 ਹਫ਼ਤਿਆਂ ਦੇ ਵਿੱਚ ਚਿੱਟਾ ਬੰਦ ਕਰ ਦਿਆਂਗੇ। ਮੈਂ ਖੁਦ ਐਂਟੀ ਡਰੱਗ ਟੀਮ ਦੇ ਵਿੱਚ ਅਸੀਂ 1.5 ਸਾਲ ਇਹਨਾਂ ਦੇ ਮੂੰਹ ਨਹੀਂ ਵੇਖਿਆ। ਸਾਡੇ ਪਿੰਡ ਮੌਤਾਂ ਹੋ ਗਈਆਂ ਚਿੱਟੇ ਨਾਲ। ਫਿਰ ਅੱਕੇ ਵਿਆਣੀ ਅਸੀਂ ਐਂਟੀ ਡਰੱਗ ਟੀਮ ਬਣਾਈ ਨਸ਼ਾ ਰੋਕੂ, ਤਾਂ ਉਹਦੇ ਵਿੱਚ ਸਾਡੇ ਕੋਟ ਭਾਈ ਠਾਣਾ ਉਹਨਾਂ ਨੇ ਵੀ ਸਾਡਾ ਬਹੁਤ ਸਹਿਯੋਗ ਦਿੱਤਾ। ਠੀਕ ਹੈ ਜੀ, ਅਸੀਂ ਆਪਦੇ ਪੱਧਰ ਤੇ ਆਪਦੀ ਜਾਨ ਤੇ ਖੇਡ ਕੇ ਸਾਡੇ ਪਿੰਡ 'ਚੋਂ ਨਸ਼ਾ ਰੋਕਿਆ। ਉਧਰ ਰਾਜਾ ਵੜਿੰਗ ਦਾ ਕਹਿਣਾ ਸੀ ਕਿ ਉਹਨਾਂ 5 ਕਿਸਾਨਾਂ ਦੇ ਵਫਦ ਨੂੰ ਮਿਲਣ ਲਈ ਸਮਾਂ ਦਿੱਤਾ ਸੀ, ਪਰ ਉਹਨਾਂ ਨੂੰ ਇਹ ਮਨਜ਼ੂਰ ਨਹੀਂ ਹੈ। ਕਿਸਾਨ ਉਹਨਾਂ ਨੂੰ ਧਰਨੇ ਵਾਲੇ ਸਥਾਨ ਉੱਤੇ ਬੁਲਾਉਣਾ ਚਾਹੁੰਦੇ ਸਨ, ਪਰ ਪੁਲਿਸ ਇਸ ਦੀ ਇਜਾਜ਼ਤ ਨਹੀਂ ਦੇ ਰਹੀ। ਰਾਜਾ ਵੜਿੰਗ ਨੇ ਕਿਹਾ ਕਿ ਉਹ ਕਿਸਾਨੀ ਦੀ ਗੱਲ ਸੁਣਨਾ ਚਾਹੁੰਦੇ ਨੇ, ਪਰ ਪੁਲਿਸ ਅਧਿਕਾਰੀਆਂ ਦੀ ਸਲਾਹ ਵੀ ਅਣਦੇਖੀ ਨਹੀਂ ਕੀਤੀ ਜਾ ਸਕਦੀ। ਇੱਥੇ ਆ ਕੇ ਮੈਨੂੰ ਡਿਪਟੀ ਸਾਹਿਬ ਨੇ ਕਿਹਾ ਕਿ ਜੀ ਤੁਹਾਡੇ ਕੋਲੇ ਵੀ ਬੰਦੇ ਤੁਹਾਡੇ ਨਾਲ ਹੈ, ਉਧਰ ਵੀ ਬੰਦੇ ਹੈ, ਕਈ ਵਾਰੀ ਕੋਈ ਲਾਅ ਐਂਡ ਆਰਡਰ ਦੀ ਸਥਿਤੀ ਪੈਦਾ ਹੋ ਜਾਂਦੀ ਹੈ, CID ਵਾਲੇ ਵੀ ਇੱਥੇ ਹੈ, ਸੋ ਮੈਂ ਤੁਹਾਨੂੰ ਅਲਾਉ ਨਹੀਂ ਕਰਦਾ। ਸੋ ਇਹੋ ਜੀ ਸਥਿਤੀ ਦੇ ਵਿੱਚ ਮੈਂ ਧੱਕਾ ਨਹੀਂ ਕਰ ਸਕਦਾ ਕਿ ਮੈਂ ਉੱਥੇ ਜਾਵਾਂ, ਕਿਉਂਕਿ ਕੋਈ ਅਣਹੋਣੀ ਹੋ ਜੇ ਤਾਂ ਕੱਲ ਨੂੰ ਉਹਦੇ ਤੇ ਇਹ ਗੱਲ ਹੋਣੀ ਕਿ MLA ਨੇ ਸਾਡੀ ਗੱਲ ਨਹੀਂ ਮੰਨੀ। ਸੋ ਇਹਨਾਂ ਨੇ ਉਹਨਾਂ ਨੂੰ ਕਿਹਾ ਸੀਗਾ ਕਿ 5 ਬੰਦੇ ਆ ਜਾਓ, ਆਪਾਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਹੈ, ਜਿਹੜੇ ਵੀ ਕੋਈ ਸਵਾਲ ਹੈ। ਪਰ ਸ਼ਾਇਦ ਨੌਜਵਾਨ ਵੀਰਾਂ ਨੂੰ ਇਹ ਗੱਲ ਮਨਜ਼ੂਰ ਨਹੀਂ ਹੈ। ਮੇਰੇ ਉਹ ਭਰਾ ਹੈ, ਪਰ ਮੈਂ ਉਹਨਾਂ ਤੋਂ ਮਾਫੀ ਮੰਗਦਾ ਕਿਉਂਕਿ ਮੈਂ ਲਾਅ ਐਂਡ ਆਰਡਰ ਤੋਂ ਅਬਵ ਨਹੀਂ ਹਾਂ। ਮੈਨੂੰ ਆਫੀਸਰ ਸਾਹਿਬਾਨਾਂ ਦੀ ਗੱਲ ਆਮ ਬੰਦਾ ਤਾਂ ਮੰਨੇ ਨਾ ਮੰਨਣੀ ਪੈਂਦੀ ਹੈ। ਅਸੀਂ ਦੋਨਾਂ ਪੱਖਾਂ ਨਾਲ ਗੱਲ ਕੀਤੀ ਸੀਗੀ। ਪਹਿਲਾਂ ਅਸੀਂ ਕਿਸਾਨ ਯੂਨੀਅਨ ਦੇ ਜਿਹੜੇ ਲੜਕੇ ਇਕੱਠੇ ਹੋਏ ਸੀ ਉਹਨਾਂ ਨਾਲ ਗੱਲ ਕਰਕੇ
ਤੇ ਉਹਨਾਂ ਨੂੰ ਕਿਹਾ ਸੀ ਵੀ ਅਸੀਂ 5 ਬੰਦੇ ਜਿਹੜੇ ਹੈਗੇ ਉਹਨਾਂ ਨਾਲ ਜੇ ਉਹਨਾਂ ਨੇ ਸਵਾਲ ਜਵਾਬ ਕਰਨੇ ਆ ਤਾਂ ਅਸੀਂ ਲਿਆ ਕੇ ਇੱਥੇ ਸਵਾਲ ਜਵਾਬ ਕਰਾ ਦਾਂਗੇ। ਬਟ ਉਹ ਇਸ ਚੀਜ਼ 'ਤੇ ਐਗਰੀ ਨਹੀਂ ਸੀ। ਉਹ ਕਹਿੰਦੇ ਸੀ ਵੀ ਇੱਥੇ ਆ ਕੇ ਸਾਡੇ ਨਾਲ ਗੱਲ ਕਰਨ। ਪਰ ਜਦੋਂ ਇੱਧਰੋਂ ਇਹਨਾਂ ਨੇ ਗੱਲ ਕਰਨੀ ਚਾਹੀ, ਇੱਧਰ ਵੀ ਬੰਦੇ ਜ਼ਿਆਦਾ ਸੀਗੇ, MLA ਸਾਹਿਬ ਨਾਲ ਬੰਦੇ ਜ਼ਿਆਦਾ ਸੀਗੇ। ਬਟ ਦੈਟ ਵੀ ਡੋਂਟ ਵਾਂਟ ਟੂ ਕ੍ਰੀਏਟ ਐਨੀ ਟਰਬਲ। ਅਸੀਂ ਇਸ ਚੀਜ਼ ਨੂੰ ਅਲਾਓ ਨਹੀਂ ਕਰਦੇ ਕਿ ਦੋਨੇ ਆਮਣੇ ਸਾਹਮਣੇ ਹੋ ਜਾਣ ਅਤੇ ਕਿਸੇ ਤਰ੍ਹਾਂ ਦੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਪ੍ਰੋਬਲਮ ਆਏ। ਸੋ ਇਸ ਕਰਕੇ ਅਸੀਂ ਇਹਨਾਂ ਨੂੰ ਇੱਥੇ ਰੋਕ ਲਿਆ ਸੀਗਾ ਜੀ, ਉਹ ਉਹਨਾਂ ਨੂੰ ਉੱਥੇ ਰੋਕਿਆ ਹੋਇਆ। ਦੱਸ ਦਈਏ ਕਿ ਕਿਸਾਨ ਨਾ ਸਿਰਫ ਕਾਂਗਰਸ ਸਗੋਂ ਬਾਕੀ ਸਿਆਸੀ ਪਾਰਟੀਆਂ ਦੇ ਆਗੂਆਂ ਦਾ ਵੀ ਪਿੰਡਾਂ 'ਚ ਆਉਣ ਉੱਤੇ ਵਿਰੋਧ ਕਰ ਰਹੇ ਨੇ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਿਆਸੀ ਪਾਰਟੀਆਂ ਆਪਣੇ ਵਾਅਦੇ ਪੂਰੇ ਨਹੀਂ ਕਰਦੀਆਂ ਅਤੇ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਵਿਰੋਧ ਦਾ ਇਹ ਸਿਲਸਿਲਾ ਇਸੇ ਤਰ੍ਹਾਂ ਨਾਲ ਜਾਰੀ ਰਹੇਗਾ। ਪੰਜਾਬ ਦੇ ਕਈ ਪਿੰਡਾਂ ਨੇ ਸਿਆਸੀ ਆਗੂਆਂ ਦੇ ਦਾਖਲੇ ਉੱਤੇ ਰੋਕ ਲਗਾਈ ਹੋਈ ਹੈ। ਹੁਣ ਇਹ ਮੁਹਿੰਮ ਪੰਜਾਬ ਦੇ ਅਖੀਰਲੇ ਪਿੰਡ ਦੋਨਾ ਤੇਲੂਮਲ ਤੱਕ ਪਹੁੰਚ ਚੁੱਕੀ ਹੈ। ਪਾਕਿਸਤਾਨ ਦੀ ਸਰਹੱਦ ਨਾਲ ਵਸੇ ਇਸ ਪਿੰਡ ਦੇ ਲੋਕਾਂ ਨੇ ਜਗ੍ਹਾ-ਜਗ੍ਹਾ ਸਿਆਸੀ ਪਾਰਟੀਆਂ ਦੇ ਬਾਈਕਾਟ ਦੇ ਬਿਆਨ ਲਗਾ ਦਿੱਤੇ ਹਨ, ਜਿਨ੍ਹਾਂ ਤੇ ਲਿਖਿਆ ਹੈ ਕਿ ਜਦੋਂ ਤੱਕ ਸਾਡੀ ਕਿਸਾਨੀ ਸੰਘਰਸ਼ ਜਾਰੀ ਰਹੇਗਾ, ਉਦੋਂ ਤੱਕ ਕਿਸੇ ਵੀ ਸਿਆਸੀ ਪਾਰਟੀ ਦੇ ਲੀਡਰ ਦੇ ਪਿੰਡ ਵਿੱਚ ਆਉਣ ਦੀ ਮਨਾਹੀ ਹੈ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ ਪਾਕਿਸਤਾਨ ਨਾਲ ਲੱਗਦੇ ਬਾਰਡਰ ਤੇ ਵਸੇ ਹੋਣ ਕਾਰਨ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਚੱਲ ਰਹੇ ਸਨ। ਹੁਣ ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਬਣਾ ਕੇ ਉਹਨਾਂ ਨੂੰ ਦਿੱਲੀ ਦੀ ਸਰਹੱਦ ਤੇ ਬਿਠਾ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ। ਪੰਜਾਬ ਦੇ ਅਖੀਰਲੇ ਤੇ ਪਾਕਿਸਤਾਨ ਦੀ ਸਰਹੱਦ ਨੇੜੇ ਬਸੇ ਪਿੰਡ ਦੋਨਾ ਤੇਲੂਮਲ ਵਿਖੇ ਵੀ ਸਿਆਸੀ ਪਾਰਟੀਆਂ ਦੀ ਐਂਟਰੀ ਬੈਨ ਹੋ ਗਈ ਹੈ। ਇਹ ਪਿੰਡ ਫਿਰੋਜ਼ਪੁਰ ਤੋਂ 16 ਕਿਲੋਮੀਟਰ ਦੂਰ ਹੈ। ਪਿੰਡ ਦੇ ਲੋਕਾਂ ਨੇ ਜਗ੍ਹਾ-ਜਗ੍ਹਾ ਸਿਆਸੀ ਪਾਰਟੀਆਂ ਦੇ ਬਾਈਕਾਟ ਤੇ ਬੈਨਰ ਲਗਾ ਦਿੱਤੇ ਨੇ, ਜਿਨ੍ਹਾਂ ਉੱਤੇ ਲਿਖਿਆ ਹੈ ਕਿ ਜਦੋਂ ਤੱਕ ਸਾਡਾ ਕਿਸਾਨੀ ਸੰਘਰਸ਼ ਜਾਰੀ ਰਹੇਗਾ, ਉਦੋਂ ਤੱਕ ਕਿਸੇ ਵੀ ਸਿਆਸੀ ਪਾਰਟੀ ਦੇ ਲੀਡਰ ਦੇ ਪਿੰਡ ਵਿੱਚ ਆਉਣ ਦੀ ਮਨਾਹੀ ਹੈ। ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ ਪਾਕਿਸਤਾਨ ਨਾਲ ਲੱਗਦੇ ਬਾਰਡਰ ਉੱਤੇ ਵਸੇ ਹੋਣ ਕਰਕੇ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਚੱਲ ਰਹੇ ਸਨ। ਹੁਣ ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਬਣਾ ਕੇ ਉਹਨਾਂ ਨੂੰ ਦਿੱਲੀ ਦੀ ਸਰਹੱਦ ਉੱਤੇ ਬਿਠਾ ਦਿੱਤਾ ਹੈ। ਲੋਕਾਂ ਮੁਤਾਬਕ ਪਹਿਲਾਂ ਉਹ ਪਿੰਡ ਆਉਣ ਉੱਤੇ ਸਿਆਸੀ ਲੀਡਰਾਂ ਦਾ ਚਾਹ ਤੇ ਬਿਸਕੁਟ ਨਾਲ ਸਵਾਗਤ ਕਰਦੇ ਸਨ, ਪਰ ਅੱਜਕੱਲ੍ਹ ਉਹਨਾਂ ਨੂੰ ਘੇਰ ਕੇ ਸਵਾਲ ਪੁੱਛ ਰਹੇ ਨੇ। ਇਹ ਜਾਗਰੂਕਤਾ ਉਹਨਾਂ ਨੂੰ ਕਿਸਾਨੀ ਅੰਦੋਲਨ ਤੋਂ ਹੀ ਮਿਲੀ ਹੈ। ਇਹ ਵੀਰ ਜੀ ਅਸੀਂ ਆਪਦੇ ਸੰਯੁਕਤ ਕਿਸਾਨ ਮੋਰਚਾ ਜੋ ਚੱਲ ਰਿਹਾ ਦਿੱਲੀ ਦੇ ਵਿੱਚ, ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਆਪਦੇ ਪਿੰਡ ਦੇ ਵਿੱਚ ਸਾਰੀ ਸਮੂਹ ਗ੍ਰਾਮ ਪੰਚਾਇਤ ਨੇ ਤੇ ਸਾਰਿਆਂ ਨੇ ਇਕੱਠੇ ਹੋ ਕੇ ਇਹ ਫੈਸਲਾ ਲਿਆ ਕਿ ਜਦੋਂ ਤੱਕ 3 ਕਾਲੇ ਕਾਨੂੰਨ ਰੱਦ ਨਹੀਂ ਹੁੰਦੇ, ਅਸੀਂ ਮੋਰਚਾ ਫਤਿਹ ਨਹੀਂ ਕਰਦੇ, ਉਦੋਂ ਤੱਕ ਅਸੀਂ ਪਿੰਡ ਦੇ ਵਿੱਚ ਕਿਸੇ ਵੀ ਸਿਆਸੀ ਪਾਰਟੀ ਨੂੰ ਵੜਨ ਨਹੀਂ ਦਿਆਂਗੇ। 9 ਮਹੀਨੇ ਹੋ ਗਏ ਸਾਡਾ ਮੋਰਚਾ ਚੱਲਦੇ ਨੂੰ। ਜੇ ਕਾਨੂੰਨ ਰੱਦ ਨਹੀਂ ਹੋਏ ਤਾਂ ਕੋਈ ਗੱਲ ਨਹੀਂ, ਸਾਡੇ ਹਿੰਮਤ ਕੋਈ ਨਹੀਂ ਹਾਰੀ, ਅਸੀਂ ਸਗੋਂ ਵੀ ਸਾਡੀ ਹਿੰਮਤ ਅੱਗੇ ਨਾਲ ਜ਼ਿਆਦਾ ਵਧੀ ਹੈ। ਲੋਕ ਬਹੁਤ ਜ਼ਿਆਦਾ ਸੁਚੇਤ ਹੋ ਗਏ ਨੇ। ਜਿਵੇਂ ਕਿ ਪਹਿਲਾਂ ਮੰਤਰੀ ਪਿੰਡਾਂ ਦੇ ਵਿੱਚ ਆਉਂਦੇ ਸੀ, ਲੋਕਾਂ ਨੇ ਕੀ ਕਰਨਾ, ਅੱਗੇ ਚਾਹ ਰੱਖਣੀ, ਬਿਸਕੁਟ ਰੱਖਣੇ, ਕਾਜੂ ਰੱਖਣੇ, ਪਰ ਹੁਣ ਲੋਕੀ ਸਿਆਣੇ ਹੋ ਗਏ ਨੇ। ਹੁਣ ਚਾਹ ਬਿਸਕੁਟ ਨਹੀਂ, ਹੁਣ ਸਵਾਲ ਕਰਦੇ ਨੇ ਵੀ ਤੁਸੀਂ ਕੰਮ ਸਾਡੇ ਲਈ ਕੀ ਕੀਤਾ, ਤੁਸੀਂ ਵੋਟਾਂ ਲੈਣ ਆ ਗਏ ਹੋ, ਦੱਸੋ ਸਾਡੇ ਲਈ ਕੀ ਕੀਤਾ। ਸਿਆਸੀ ਪਾਰਟੀ ਵਾਸਤੇ ਅਸੀਂ ਵਿਰੋਧ ਕਰਦੇ ਹਾਂ ਵੀ ਕਿਸੇ ਨੂੰ ਅਸੀਂ ਵੋਟ ਨਹੀਂ ਪਾਉਣੀ ਜਿੰਨਾ ਚਿਰ ਸਾਡਾ ਫੈਸਲਾ ਨਹੀਂ ਹੁੰਦਾ। ਇਹ ਕਾਲੇ ਕਾਨੂੰਨ ਰੱਦ ਹੋਣਗੇ ਤੇ ਫਿਰ ਕੋਈ ਅਸੀਂ ਸੋਚਾਂਗੇ। ਅਸੀਂ ਤਾਂ ਅੱਗੇ ਬਾਰਡਰਾਂ ਦੇ ਇੱਥੇ ਬੈਠੇ ਹੋਏ, ਅੱਗੇ ਬੜੇ ਔਖੇ ਹਾਂ, ਤੇ ਇੱਕ ਸਾਨੂੰ ਜਾ ਕੇ ਉੱਥੇ ਨਾ ਦਿੱਲੀ ਵਸਾਤਾ ਤੇ ਆਖੇ ਲੱਗਦੀ ਨਹੀਂ ਪਈ ਸਰਕਾਰ। ਕਿਸਾਨ ਤਾਂ ਅੱਗੇ ਮਰਿਆ ਪਿਆ ਤੇ ਮੋਦੀ ਸਰਕਾਰ ਆਪਦਾ ਹੁਕਮ ਚਲਾਈ ਜਾਂਦੀ ਹੈ ਤੇ ਕਿਸਾਨਾਂ ਦੀ ਸੁਣਦੀ ਨਹੀਂ ਪਈ। ਕਾਲੇ ਕਾਨੂੰਨ ਰੱਦ ਹੋਣੇ ਚਾਹੀਦੇ। ਦੱਸ ਦਈਏ ਕਿ ਦੋਨਾ ਤੇਲੂਮਲ ਦੀ ਤਰ੍ਹਾਂ ਹੀ ਪੰਜਾਬ ਦੇ ਕਈ ਹੋਰ ਪਿੰਡਾਂ ਨੇ ਸਿਆਸੀ ਪਾਰਟੀਆਂ ਦਾ ਬਾਈਕਾਟ ਕੀਤਾ ਹੋਇਆ ਹੈ। ਰਾਜਨੀਤਿਕ ਲੀਡਰਾਂ ਦੇ ਪਿੰਡਾਂ ਅੰਦਰ ਦਾਖਲ ਹੋਣ ਉੱਤੇ ਪਾਬੰਦੀ ਲਗਾਈ ਗਈ ਹੈ। ਲੋਕ ਨੇਤਾਵਾਂ ਨੂੰ ਘੇਰ ਕੇ ਸਵਾਲ ਕਰ ਰਹੇ ਨੇ। ਸਾਫ਼ ਹੈ, ਕਿਸਾਨੀ ਅੰਦੋਲਨ ਨੇ ਪੰਜਾਬ ਦੀ ਤਸਵੀਰ ਪੂਰੀ ਤਰ੍ਹਾਂ ਨਾਲ ਬਦਲ ਦਿੱਤੀ ਹੈ ਅਤੇ ਲੋਕ ਹੁਣ ਪਹਿਲਾਂ ਤੋਂ ਜ਼ਿਆਦਾ ਜਾਗਰੂਕ ਹੋ ਗਏ ਨੇ। ਉਧਰ ਹਲਕਾ ਘਨੌਰ ਦੇ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਅੱਜ ਨੌਜਵਾਨਾਂ ਤੇ ਭੜਕ ਗਏ। ਦਰਅਸਲ ਜਲਾਲਪੁਰ ਅੱਜ ਆਪਣੇ ਹਲਕੇ ਦੇ ਪਿੰਡਾਂ 'ਚ ਬੇਜ਼ਮੀਨੇ ਕਿਸਾਨਾਂ ਨੂੰ ਕਰਜ਼ਾ ਮਾਫੀ ਦੇ ਸਰਟੀਫਿਕੇਟ ਦੇਣ ਪਹੁੰਚੇ ਸਨ। ਪਿੰਡ ਪੇੜਵਾਲ ਵਿਖੇ ਨੌਜਵਾਨਾਂ ਨੇ ਉਹਨਾਂ ਨੂੰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਸੰਬੰਧੀ ਪੰਜਾਬ ਸਰਕਾਰ ਵੱਲੋਂ ਕੋਈ ਕਦਮ ਨਾ ਚੁੱਕੇ ਜਾਣ ਸੰਬੰਧੀ ਸਵਾਲ ਪੁੱਛੇ। ਇਸ ਤੇ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਇਹ ਕਾਨੂੰਨ ਰੱਦ ਕੀਤੇ ਸਨ, ਪਰ ਰਾਜਪਾਲ ਨੇ ਉਹਨਾਂ ਨੂੰ ਅੱਗੇ ਨਹੀਂ ਭੇਜਿਆ। ਜਲਾਲਪੁਰ ਨੇ ਬੁਰੀ ਤਰ੍ਹਾਂ ਨਾਲ ਭੜਕਦੇ ਹੋਏ ਕਿਹਾ ਕਿ ਜੇਕਰ ਤੁਸੀਂ ਆਪਣੇ ਪਿੰਡ ਦੇ ਕੰਮ ਨਹੀਂ ਕਰਵਾਉਣਾ ਚਾਹੁੰਦੇ ਤਾਂ ਨਾ ਕਰਵਾਓ, ਉਹ ਅੱਗੇ ਤੋਂ ਇਸ ਪਿੰਡ ਵਿੱਚ ਨਹੀਂ ਆਉਣਗੇ। ਜਿਹੜੇ ਸਾਰੀ ਪਾਸ ਕਰੋਗੇ ਖੜਦਾ ਯਾਰ ਖੜਦਾ ਜਾਂ ਮਤਲਬ ਕਿਨੇ ਪਾਸ ਕਰੇ ਨਹੀਂ ਮਤੇ ਪਾਸ ਸਦੇ ਵਿੱਚ ਤਾਂ ਕੀ ਨਾ ਕਰਿਆ ਜੀ ਕਰਿਆ ਅਸੀਂ ਮਤਲਬ ਬਸ ਕਰਿਆ ਕਮਾਲ ਸੋ ਤਾਂ ਮੈਂ ਪੰਜਾਬ ਨੇ ਕਰਿਆ
ਸਭ ਤੋਂ ਪਹਿਲਾਂ ਤਾਂ ਹੀ ਤਾਂ ਅੱਗ ਲੱਗੀ ਮੁੱਦੇ ਪਾਸ ਹੋਇਆ ਐਮਐਲਏ ਸਾਹਿਬ ਯਾਰ ਪਾਸ ਕਿਉਂ ਹੋਇਆ ਜੀ ਉਹ ਯਾਰ ਗੱਲ ਤਾਂ ਨਹੀਂ ਉਹ ਰਾਜਪਾਲ ਕੋਲ ਤਾਂ ਗਿਆ ਵੀ ਨਹੀਂ ਜੀ ਹੋ ਗਿਆ ਕਿੰਨੇ ਤੂੰ ਪੜ ਕੇ ਯਾਰ ਸਾਰੇ ਤਾਂ ਦੇਖੇ ਆ ਯਾਰ ਸਾਰੀਆਂ ਪਾਰਟੀਆਂ ਯਾਰ ਕਿਉਂ ਝੂਠ ਬੋਲ ਰਹੇ ਯਾਰ ਸਿੱਖੋਗੇ ਯਾਰ ਸਾਰੇ ਬੰਦੇ ਇਕੱਠੇ ਹੋ ਕੇ ਦੇਖ ਕੇ ਆਏ ਆ ਹੋਇਆ ਜੀ ਉਹ ਯਾਰ ਪਾਸ ਤਾਂ ਬੀਜੇਪੀ ਨੇ ਕਰਨਾ ਗਵਰਨਰ ਕਿਹਦਾ ਗਵਰਨਰ ਕਿਹਦਾ ਯਾਰ ਮੇਰੀ ਗੱਲ ਗਵਰਨਰ ਕਿਹਦਾ ਗਵਰਨਰ ਸਾਡਾ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਗਈਆਂ ਤੇ ਤੂੰ ਐਸੀ ਦੇ ਨਾਲ ਗਏ ਚਲੋ ਚੁੱਪ ਕਰੋ ਅਸੀਂ ਨਾਲ ਗਏ ਨਹੀਂ ਕੰਮ ਕਰਨੇ ਨਾ ਕਰੋ ਪੜਦੇ ਯਾਰ ਨਹੀਂ ਕਰਨੇ ਨਾ ਕਰੋ ਕੰਮ ਨਹੀਂ ਕਰਦੇ ਤੁਹਾਡੇ ਪੜਦੇ ਕੰਮ ਅਸੀਂ ਨਹੀਂ ਕੰਮ ਕਰਾਉਣਾ ਨਹੀਂ ਕਰਦੇ ਬਾਬਾ ਜੀ ਨਹੀਂ ਕਰਦੇ ਕੰਮ ਕਰਾਉਣਾ ਸਕੂਲ ਦਾ ਬਹੁਤ ਹਾਲ ਹੈ ਬਾਤ ਤੁਹਾਡੇ ਮੰਨਣੇ ਆ ਨਹੀਂ ਸਰ ਨਹੀਂ ਕੋਈ ਆਪ ਚਲੀ ਆਪਾਂ ਨਹੀਂ ਅੰਦਰ ਲੱਗੇ ਕਰਾ ਲੋ ਕੰਮ ਨਹੀਂ ਕਰਾਉਣਾ ਪੰਜਾਬ ਸਰਕਾਰ ਵੱਲੋਂ ਛੇਤੀ ਹੀ ਨਿੱਜੀ ਬਿਜਲੀ ਕੰਪਨੀਆਂ ਨਾਲ ਹੋਏ ਸਮਝੌਤੇ ਰੱਦ ਕੀਤੇ ਜਾਣਗੇ। ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਹੁਕਮਾਂ ਤੋਂ ਬਾਅਦ ਪੰਜਾਬ ਦੇ ਨਿੱਜੀ ਪਾਵਰ ਪਲਾਂਟਾਂ ਨੂੰ ਇਸ ਸੰਬੰਧੀ ਨੋਟਿਸ ਭੇਜੇ ਜਾ ਰਹੇ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਵਿਰੋਧੀ ਪਾਰਟੀਆਂ ਦੇ ਲੀਡਰਾਂ ਵੱਲੋਂ ਲਗਾਤਾਰ ਬਿਜਲੀ ਸਮਝੌਤੇ ਰੱਦ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਸੀ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ ਇਹ ਸਮਝੌਤੇ ਰੱਦ ਹੋ ਜਾਣ ਤਾਂ ਪੰਜਾਬ ਦੇ ਲੋਕਾਂ ਨੂੰ 3 ਰੁਪਏ ਪ੍ਰਤੀ ਯੂਨਿਟ ਬਿਜਲੀ ਮੁਹੱਈਆ ਕਰਵਾਈ ਜਾ ਸਕਦੀ ਹੈ। ਹੁਣ ਇਹ ਸੁਪਨਾ ਛੇਤੀ ਹੀ ਸੱਚ ਹੋ ਸਕਦਾ ਹੈ ਅਤੇ ਲੋਕਾਂ ਨੂੰ ਮਹਿੰਗੀ ਬਿਜਲੀ ਤੋਂ ਰਾਹਤ ਮਿਲ ਸਕਦੀ ਹੈ, ਕਿਉਂਕਿ ਹੁਣ ਜਦੋਂ ਚੋਣਾਂ 'ਚ 6 ਮਹੀਨੇ ਤੋਂ ਵੀ ਘੱਟ ਦਾ ਸਮਾਂ ਬਚਿਆ ਹੈ ਤਾਂ ਸਰਕਾਰ ਨੇ ਨਿੱਜੀ ਬਿਜਲੀ ਕੰਪਨੀਆਂ ਖਿਲਾਫ ਕਾਰਵਾਈ ਆਰੰਭ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਮਹਿੰਗੇ ਬਿਜਲੀ ਸਮਝੌਤੇ ਹੁਣ ਰੱਦ ਹੋਣਗੇ। ਪੰਜਾਬ ਦੇ ਲੋਕਾਂ ਨੂੰ ਜਲਦ ਹੀ ਸਸਤੀ ਬਿਜਲੀ ਮਿਲ ਸਕਦੀ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਮਹਿੰਗੇ ਬਿਜਲੀ ਸਮਝੌਤੇ ਰੱਦ ਕਰਵਾਉਣ ਦੀ ਤਿਆਰੀ ਕਰ ਚੁੱਕੇ ਨੇ। ਲਗਾਤਾਰ ਵਿਰੋਧੀਆਂ ਵੱਲੋਂ ਮਹਿੰਗੀ ਬਿਜਲੀ ਲਈ ਘੇਰੇ ਜਾਣ ਤੇ ਆਪਣੀ ਹੀ ਪਾਰਟੀ ਦੇ ਨੇਤਾ ਨਵਜੋਤ ਸਿੰਘ ਸਿੱਧੂ ਤੇ ਹਮਲਾਵਰ ਰੁਖ ਤੋਂ ਬਾਅਦ ਮਹਿੰਗੀ ਬਿਜਲੀ ਦੇ ਮੁੱਦੇ ਨੂੰ ਹੱਲ ਕਰਨ ਦੇ ਲਈ ਕੈਪਟਨ ਨੇ ਕਮਰ ਕੱਸ ਲਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਜਲੀ ਖਰੀਦ ਸਮਝੌਤੇ ਰੱਦ ਕਰਨ ਦੇ ਲਈ ਲਿਖਤੀ ਪ੍ਰਵਾਨਗੀ ਦਿੱਤੀ ਹੈ। ਉਹਨਾਂ ਪਾਵਰਕਾਮ ਨੂੰ ਇਹਨਾਂ ਸਮਝੌਤਿਆਂ ਬਾਰੇ ਕਾਨੂੰਨੀ ਪੱਖ ਮਜ਼ਬੂਤ ਰੱਖਣ ਦੀ ਹਦਾਇਤ ਕਰਦਿਆਂ ਪ੍ਰਾਈਵੇਟ ਤਾਪ ਬਿਜਲੀ ਘਰਾਂ ਨੂੰ ਨੋਟਿਸ ਦੇਣ ਦੇ ਲਈ ਆਖ ਦਿੱਤਾ ਹੈ। ਮੁੱਖ ਮੰਤਰੀ ਨੇ ਜੀਵੀਕੇ ਪਾਵਰ ਲਿਮਟਿਡ ਅਤੇ ਦਮੋਦਰ ਵੈਲੀ ਕਾਰਪੋਰੇਸ਼ਨ ਦੇ ਰਘੁਨਾਥਪੁਰ ਥਰਮਲ ਪ੍ਰੋਜੈਕਟ ਨਾਲ ਹੋਏ ਬਿਜਲੀ ਖਰੀਦ ਸਮਝੌਤੇ ਰੱਦ ਕਰਨ ਦੇ ਲਈ 18 ਅਗਸਤ ਜਦੋਂ ਕਿ ਤਲਵੰਡੀ ਸਾਬੋ ਪਾਵਰ ਪਲਾਂਟ ਅਤੇ ਰਾਜਪੁਰਾ ਥਰਮਲ ਪਲਾਂਟ ਨਾਲ ਹੋਏ ਸਮਝੌਤੇ ਰੱਦ ਕਰਨ ਦੀ 25 ਅਗਸਤ ਨੂੰ ਪ੍ਰਵਾਨਗੀ ਦਿੱਤੀ ਹੈ। ਮੁੱਖ ਮੰਤਰੀ ਦੇ ਹੁਕਮਾਂ ਤੇ ਇਹਨਾਂ ਨੂੰ ਰੱਦ ਕਰਨ ਵਾਸਤੇ 3 ਮੈਂਬਰੀ ਕਮੇਟੀ ਬਣਾਈ ਗਈ ਸੀ। ਕਮੇਟੀ ਨੇ ਕੋਖ ਕਰਨ ਮਗਰੋਂ ਆਪਣੀ ਰਿਪੋਰਟ ਪਾਵਰਕਾਮ ਦੇ CMD ਨੂੰ ਸੌਂਪ ਦਿੱਤੀ, ਜੋ ਅੱਗੇ ਪ੍ਰਵਾਨਗੀ ਦੇ ਲਈ ਮੁੱਖ ਮੰਤਰੀ ਦਫ਼ਤਰ ਨੂੰ ਭੇਜੀ ਗਈ ਸੀ। ਵੇਰਵਿਆਂ ਅਨੁਸਾਰ ਗੋਇੰਦਵਾਲ ਥਰਮਲ ਪਲਾਂਟ ਨਾਲ ਬਿਜਲੀ ਖਰੀਦ ਸਮਝੌਤਾ ਰੱਦ ਕਰਨ ਦੇ ਲਈ ਜਨਤਕ ਆਧਾਰ ਬਣਾਇਆ ਗਿਆ, ਜਿਸ 'ਚ ਦਲੀਲ ਦਿੱਤੀ ਗਈ ਹੈ ਕਿ ਇਸ ਪਲਾਂਟ ਤੋਂ ਬਿਜਲੀ ਮਹਿੰਗੀ ਪੈਂਦੀ ਹੈ। ਤਲਵੰਡੀ ਸਾਬੋ ਥਰਮਲ ਪਲਾਂਟ ਨਾਲ ਸਮਝੌਤਾ ਰੱਦ ਕਰਨ ਪਿੱਛੇ ਖਰੀਦ ਸਮਝੌਤੇ ਦੀ ਇੱਕ ਸ਼ਰਤ ਨੂੰ ਆਧਾਰ ਬਣਾਇਆ ਗਿਆ, ਜਿਸ ਤਹਿਤ ਜੇਕਰ 36 ਮਹੀਨਿਆਂ ਦੌਰਾਨ ਕਿਸੇ 12 ਮਹੀਨਿਆਂ ਵਿੱਚ ਥਰਮਲ ਪਲਾਂਟ ਦੀ ਬਿਜਲੀ ਉਪਲਬਧਤਾ 65% ਤੋਂ ਘੱਟ ਰਹਿੰਦੀ ਹੈ ਤਾਂ ਨੋਟਿਸ ਦਿੱਤਾ ਜਾ ਸਕਦਾ ਹੈ। ਤਾਂ ਰੱਖ ਦਿੱਤਾ ਗਿਆ ਹੈ ਕਿ ਤਲਵੰਡੀ ਥਰਮਲ ਤੋਂ ਐਤਕੀ ਝੋਨੇ ਦੇ ਸੀਜ਼ਨ ਦੌਰਾਨ ਪੂਰੀ ਬਿਜਲੀ ਨਹੀਂ ਮਿਲੀ ਅਤੇ 1 ਯੂਨਿਟ ਮਾਰਚ ਮਹੀਨੇ ਤੋਂ ਬੰਦ ਰਿਹਾ। 12 ਮਹੀਨਿਆਂ ਦੌਰਾਨ ਇਸ ਥਰਮਲ ਤੋਂ ਬਿਜਲੀ ਉਪਲਬਧਤਾ 65% ਤੋਂ ਘੱਟ ਰਹੀ। ਪਾਵਰਕਾਮ ਤਰਫੋਂ ਇਸ ਥਰਮਲ ਦੇ ਲੈਂਡਰ ਨੂੰ ਨੋਟਿਸ ਦਿੱਤਾ ਜਾਵੇਗਾ, ਜਿਸ ਵਿੱਚ ਸਪਸ਼ਟ ਆਖਿਆ ਜਾ ਰਿਹਾ ਕਿ ਪਾਵਰਕਾਮ ਇਸ ਥਰਮਲ ਤੋਂ ਬਿਜਲੀ ਖਰੀਦਣਾ ਨਹੀਂ ਚਾਹੁੰਦੀ ਹੈ। ਦਮੋਦਰ ਵੈਲੀ ਕਾਰਪੋਰੇਸ਼ਨ ਨਾਲ ਸਮਝੌਤਾ ਹੀ ਰੱਦ ਕੀਤਾ ਜਾਣਾ ਹੈ। ਇਸ ਪਿੱਛੋਂ ਇਹ ਦਲੀਲ ਦਿੱਤੀ ਜਾਣੀ ਹੈ ਕਿ ਬਿਜਲੀ ਖਰੀਦ ਸਮਝੌਤੇ 5 ਵਰ੍ਹਿਆਂ ਮਗਰੋਂ ਰਿਵਿਊ ਕੀਤਾ ਜਾ ਸਕਦਾ ਹੈ। ਬਿਊਰੋ ਰਿਪੋਰਟ TV ਪੰਜਾਬ। ਹਲਕਾ ਸਮਰਾਲਾ ਤੋਂ ਕਾਂਗਰਸ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਬਿਜਲੀ ਸਮਝੌਤੇ ਰੱਦ ਕਰਨ ਦੇ ਫੈਸਲੇ ਦੀ ਸ਼ਲਾਘਾ ਕੀਤੀ ਹੈ। ਉਹਨਾਂ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਸਸਤੀ ਬਿਜਲੀ ਦੇਣ ਲਈ ਇਹ ਮਹੱਤਵਪੂਰਨ ਫੈਸਲਾ ਲਿਆ। ਲੋਕ ਬੜੀ ਦੇਰ ਤੋਂ ਇਸ ਦੀ ਮੰਗ ਕਰ ਰਹੇ ਸਨ। ਅਮਰੀਕ ਢਿੱਲੋਂ ਨੇ ਕਿਹਾ ਕਿ ਪੰਜਾਬ ਵਿੱਚ ਬਿਜਲੀ ਸੰਕਟ ਨਹੀਂ ਆਉਣ ਦਿੱਤਾ ਜਾਵੇਗਾ। ਜੇਕਰ ਲੋੜ ਪਈ ਤਾਂ ਸਰਕਾਰ ਕੇਂਦਰ ਤੋਂ ਸਸਤੀ ਬਿਜਲੀ ਖਰੀਦ ਕੇ ਲੋਕਾਂ ਨੂੰ ਮੁਹੱਈਆ ਕਰਵਾਏਗੀ ਅਤੇ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕਰੇਗੀ। ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਜੀ ਨੇ ਜੋ ਬੜਾ ਸੋਚ ਸਮਝ ਕੇ ਫੈਸਲਾ ਕੀਤਾ, ਬਿਲਕੁਲ ਕਾਫੀ ਦੇਰ ਤੋਂ ਡਿਮਾਂਡ ਵੀ ਸੀਗੀ ਗੱਲ, ਸਮਝੌਤੇ ਰੱਦ ਵੀ ਹੋਣੇ ਚਾਹੀਦੇ ਨੇ ਗੱਲ, ਔਰ ਅਸੀਂ ਲੋਕਾਂ ਨਾਲ ਵਾਅਦਾ ਵੀ ਕੀਤਾ ਹੈ ਕਿ ਉਹਨਾਂ 5 ਰੁਪਏ ਤੇ ਬਿਜਲੀ ਦੇਵਾਂਗੇ ਰੇਟ ਤੇ, ਔਰ ਇਸ ਸਮਝੌਤਿਆਂ ਦੇ ਰਾਹੀਂ ਜੇ ਅਸੀਂ ਬਾਹਰੋਂ ਬਿਜਲੀ ਲਵਾਂਗੇ ਸਾਨੂੰ ਸਸਤੀ ਮਿਲੂਗੀ ਤੇ 5 ਰੁਪਏ ਰੇਟ ਤੇ ਜਿਹੜੀ ਬਿਜਲੀ ਦਿੱਤੀ। ਜੇ ਸਮਝੌਤੇ ਰੱਦ ਹੁੰਦੇ ਕਿਤੇ ਬਿਜਲੀ ਸੰਕਟ ਤਾਂ ਨਹੀਂ ਪੰਜਾਬ ਦੇ ਵਿੱਚ ਫਿਰ ਤੋਂ ਪੈਦਾ ਹੁੰਦਾ? ਨਹੀਂ, ਸੰਕਟ ਨਹੀਂ ਕੋਈ ਪੈਦਾ ਹੁੰਦਾ। ਦੇਖੋ ਪਹਿਲਾਂ ਹੀ ਬਾਹਰੋਂ ਬਿਜਲੀ ਬੜੀ ਮਤਲਬ ਸਸਤੇ ਰੇਟ ਤੇ ਮਿਲਦੀ ਹੈ, ਪੂਲ ਦੇ ਵਿੱਚ ਬਿਜਲੀ ਲੈ ਲਾਂਗੇ ਅਸੀਂ, ਜਿੰਨਾ ਅਸੀਂ ਮਤਲਬ
ਥਰਮਲ ਬਣਨ ਨੂੰ ਪੈਸੇ ਦਿੰਦੇ ਉਦੋਂ ਘੱਟ ਪੈਸਾ ਖਰਚ ਹੋਊਗਾ। ਮੇਰੇ ਖਿਆਲ ਦੇ ਮੁਤਾਬਕ ਬਾਹਰੋਂ ਤਕਰੀਬਨ 2 ਰੁਪਏ 32 ਪੈਸੇ 2 ਰੁਪਏ 35 ਪੈਸੇ ਯੂਨਿਟ ਮਿਲਦੀ ਹੈ ਬਿਜਲੀ, ਪਰ ਅਸੀਂ ਉਹ ਖਰੀਦ ਕੇ ਲੋਕਾਂ ਨੂੰ ਦੇਵਾਂਗੇ। ਪੰਜਾਬ ਸਰਕਾਰ ਵੱਲੋਂ ਬਿਜਲੀ ਖਰੀਦ ਸਮਝੌਤਿਆਂ ਨੂੰ ਰੱਦ ਕਰਨ ਦੀ ਮੀਡੀਆ ਰਿਪੋਰਟਾਂ ਸਾਹਮਣੇ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਵੀ ਇਸ ਉੱਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਆਪ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਸਰਕਾਰ ਨੇ ਆਪਣੇ 4.5 ਸਾਲ ਦੇ ਕਾਰਜਕਾਲ ਦੌਰਾਨ ਲੋਕਾਂ ਦੀ ਇਹ ਮੰਗ ਲਟਕਾਈ ਰੱਖੀ। ਹੁਣ ਜਦ ਕੈਪਟਨ ਸਰਕਾਰ ਦੇ ਸਿਰਫ 6 ਮਹੀਨੇ ਬਾਕੀ ਰਹਿ ਗਏ ਹਨ ਤਾਂ ਸਮਝੌਤੇ ਰੱਦ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਨੀਲ ਗਰਗ ਨੇ ਕਿਹਾ ਕਿ ਪੰਜਾਬ ਦੇ ਲੋਕ ਕੈਪਟਨ ਉੱਤੇ ਭਰੋਸਾ ਨਹੀਂ ਕਰਦੇ ਕਿਉਂਕਿ ਉਹ ਪਹਿਲਾਂ ਵੀ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਝੂਠੇ ਵਾਅਦੇ ਕਰ ਚੁੱਕੇ ਹਨ। ਇਸ ਦੇ ਨਾਲ ਹੀ ਨੀਲ ਗਰਗ ਨੇ ਬਿਜਲੀ ਕੰਪਨੀਆਂ ਨਾਲ ਗਲਤ ਸਮਝੌਤੇ ਕਰਨ ਵਾਲੇ ਸਿਆਸੀ ਆਗੂਆਂ ਤੇ ਕਾਰਵਾਈ ਦੀ ਮੰਗ ਕੀਤੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਿਜਲੀ ਖਰੀਦ ਸਮਝੌਤੇ ਰੱਦ ਕਰਨ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਮੈਂ ਇਹ ਸਮਝਦਾ ਹੈਗਾ ਇਹ ਆਮ ਆਦਮੀ ਪਾਰਟੀ ਦੀ ਤੇ ਪੰਜਾਬ ਦੇ ਆਮ ਲੋਕਾਂ ਦੀ ਜਿੱਤ ਹੈ, ਜਿਨ੍ਹਾਂ ਨੇ ਲਗਾਤਾਰ ਪਿਛਲੇ 4.5 ਸਾਲ ਤੋਂ ਸਰਕਾਰ ਦੇ ਉੱਤੇ ਦਬਾਅ ਬਣਾਇਆ ਹੋਇਆ ਸੀ, ਕਿਉਂਕਿ ਆਮ ਆਦਮੀ ਪਾਰਟੀ ਸਮਝਦੀ ਹੈ ਕਿ ਇਹ ਜਿਹੜੇ ਬਿਜਲੀ ਖਰੀਦ ਦੇ ਸਮਝੌਤੇ ਸੀ ਇਹ ਪੰਜਾਬ ਦੇ ਹਿੱਤਾਂ ਦੇ ਵਿਰੁੱਧ ਨੇ, ਜਿਸ ਦੇ ਕਾਰਨ ਪੰਜਾਬ ਦੇ ਲੋਕਾਂ ਦੀ ਆਰਥਿਕ ਤੌਰ ਤੇ ਲੁੱਟ ਹੋ ਰਹੀ ਹੈ। ਹੁਣ ਜਦੋਂ ਚੋਣਾਂ ਤੋਂ 4-5 ਮਹੀਨੇ ਪਹਿਲਾਂ ਪੰਜਾਬ ਸਰਕਾਰ ਇਹਨਾਂ ਬਿਜਲੀ ਸਮਝੌਤਿਆਂ ਨੂੰ ਰੱਦ ਕਰਨ ਦੀ ਗੱਲ ਆਖਰੀ ਹੈਗੀ ਹੈ, ਪਰ ਲੋਕਾਂ ਨੂੰ ਉਦੋਂ ਤੱਕ ਭਰੋਸਾ ਨਹੀਂ ਹੁੰਦਾ ਜਦੋਂ ਤੱਕ ਇਹ ਬਿੱਲ ਸੱਚਮੁੱਚ ਰੱਦ ਨਹੀਂ ਹੋ ਜਾਂਦੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਉਹ ਸ਼ਖਸ ਨੇ ਜਿਨ੍ਹਾਂ ਨੇ ਚੋਣਾਂ ਤੋਂ ਪਹਿਲਾਂ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ ਬਹੁਤ ਸਾਰੇ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਸੀ, ਜਿਨ੍ਹਾਂ ਤੋਂ ਹੁਣ ਤੱਕ ਉਹ ਲਗਾਤਾਰ ਭੱਜਦੇ ਆਏ ਹੈਗੇ ਹੈ। ਔਰ ਆਮ ਆਦਮੀ ਪਾਰਟੀ ਇਸ ਚੀਜ਼ ਦੀ ਵੀ ਮੰਗ ਕਰਦੀ ਹੈਗੀ ਹੈ, ਇਹਨਾਂ ਗਲਤ ਸਮਝੌਤਿਆਂ ਕਾਰਨ ਪੰਜਾਬ ਦਾ ਤੇ ਪੰਜਾਬ ਦੇ ਲੋਕਾਂ ਦਾ ਜੋ ਆਰਥਿਕ ਨੁਕਸਾਨ ਹੋਇਆ ਹੈ ਉਹਦੀ ਭਰਪਾਈ ਵਾਸਤੇ ਜਿਨ੍ਹਾਂ ਲੋਕਾਂ ਨੇ ਇਹ ਸਮਝੌਤੇ ਸਹੀਬੱਧ ਕੀਤੇ ਸੀ, ਜੋ ਉਸ ਦੇ ਲਈ ਰਿਸਪੌਂਸੀਬਲ ਸੀ, ਉਹਨਾਂ ਦੇ ਵਿਰੁੱਧ ਵੀ ਜਿਹੜੀ ਹੈ ਉਹ ਕਾਰਵਾਈ ਹੋਣੀ ਚਾਹੀਦੀ ਹੈ। ਪੰਜਾਬ ਕਾਂਗਰਸ ਵਿੱਚ ਮਤਭੇਦ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਮਨੀਸ਼ ਤਿਵਾੜੀ ਵੀ ਪੰਜਾਬ ਕਾਂਗਰਸ ਵਿੱਚ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਚੱਲ ਰਹੀ ਖਿੱਚੋਤਾਣ ਤੇ ਸਿਆਸੀ ਦਾਇਰੇ ਵਿੱਚ ਆ ਗਏ ਹਨ। ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਵਿਵਾਦ ਦੇ ਵਿਚਕਾਰ ਸਿੱਧੂ ਨੂੰ ਨਿਸ਼ਾਨਾ ਬਣਾਉਂਦੇ ਹੋਏ ਅਕਬਰ ਇਲਾਹਾਬਾਦੀ ਦਾ ਇੱਕ ਸ਼ੇਰ ਲਿਖ ਕੇ ਤੰਜ ਕੀਤਾ ਹੈ। ਮਨੀਸ਼ ਤਿਵਾੜੀ ਨੇ ਆਪਣੇ ਟਵਿੱਟਰ ਅਕਾਊਂਟ ਤੇ ਨਵਜੋਤ ਸਿੰਘ ਸਿੱਧੂ ਦੀ ਉਹ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਕਹਿੰਦੇ ਹਨ ਕਿ ਜੇਕਰ ਕਾਂਗਰਸ ਹਾਈ ਕਮਾਂਡ ਉਹਨਾਂ ਨੂੰ ਫੈਸਲੇ ਲੈਣ ਦੀ ਆਜ਼ਾਦੀ ਨਹੀਂ ਦਿੰਦੀ ਤਾਂ ਉਹਨਾਂ ਦੇ ਲਈ ਇੱਟ ਨਾਲ ਇੱਟ ਖੜਕਾ ਦੇਣਗੇ। ਇਸ ਵੀਡੀਓ ਦੇ ਕੈਪਸ਼ਨ ਵਿੱਚ ਮਨੀਸ਼ ਤਿਵਾੜੀ ਨੇ ਲਿਖਿਆ, हम आह भी बढ़ते हैं तो हो जाते हैं बदनाम, वो कत्ल भी करते हैं तो चर्चा नहीं होती। दस दिए कि तिवाड़ी का यह बयान अजिहे समय च आया है जो पार्टी के पंजाब इंचार्ज हरीश रावत सीनियर कांग्रेसी नेता राहुल गांधी ਨੂੰ ਮਿਲਣ ਲਈ ਦਿੱਲੀ ਪਹੁੰਚੇ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਇੱਟ ਨਾਲ ਇੱਟ ਖੜਕਾਉਣ ਦੇ ਬਿਆਨ ਉੱਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਵੀ ਆਪਣੀ ਟਿੱਪਣੀ ਦਿੱਤੀ ਹੈ। ਅਨਿਲ ਵਿਜ ਨੇ ਸਿੱਧੂ ਦੀ ਤੁਲਨਾ ਮਿਸਤਰੀ ਨਾਲ ਕਰਦਿਆਂ ਕਿਹਾ ਕਿ ਜਦੋਂ ਕੋਈ ਮਿਸਤਰੀ ਆਪਣੇ ਹੀ ਘਰ ਦੀਆਂ ਇੱਟਾਂ ਚੁੱਕ ਕੇ ਸੁੱਟਣ ਲੱਗ ਜਾਵੇ ਤਾਂ ਉਸ ਘਰ ਨੂੰ ਡਿੱਗਣ ਵਿੱਚ ਦੇਰ ਨਹੀਂ ਲੱਗਦੀ। ਅਨਿਲ ਵਿਜ ਨੇ ਟਵਿੱਟਰ ਉੱਤੇ ਇੱਕ ਪੋਸਟ ਪਾਉਂਦਿਆਂ ਨਵਜੋਤ ਸਿੰਘ ਸਿੱਧੂ ਉੱਤੇ ਇੱਕ ਕਰਾਰਾ ਨਿਸ਼ਾਨਾ ਬੰਨ੍ਹਿਆ ਹੈ। ਦੱਸ ਦਈਏ ਕਿ ਅਨਿਲ ਵਿਜ ਪਹਿਲੇ ਵੀ ਪੰਜਾਬ ਦੀ ਸਿਆਸਤ ਉੱਤੇ ਆਪਣੇ ਬਿਆਨ ਜਾਰੀ ਕਰਦੇ ਰਹੇ ਹਨ। ਕਿਸਾਨ ਅੰਦੋਲਨ ਦੇ ਵਿਰੋਧ ਵਿੱਚ ਉਹਨਾਂ ਵੱਲੋਂ ਕੀਤੇ ਟਵੀਟ ਵੀ ਚਰਚਾ ਦਾ ਵਿਸ਼ਾ ਬਣਦੇ ਰਹੇ ਹਨ। ਹੁਣ ਉਹਨਾਂ ਦਾ ਤਾਜ਼ਾ ਹਮਲਾ ਸਿੱਧੂ ਉੱਤੇ ਕੀਤਾ ਹੈ ਅਤੇ ਉਹਨਾਂ ਦੀ ਤੁਲਨਾ ਮਿਸਤਰੀ ਨਾਲ ਕਰ ਦਿੱਤੀ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਾ ਪੂਰੀ ਤਰ੍ਹਾਂ ਨਾਲ ਗਰਮਾ ਚੁੱਕਾ ਹੈ ਅਤੇ ਕਈ ਰਾਜਨੀਤਿਕ ਪਾਰਟੀਆਂ ਵਿੱਚ ਬਗਾਵਤੀ ਸੁਰ ਵੀ ਵੇਖਣ ਨੂੰ ਮਿਲ ਰਹੇ ਹਨ। ਬੀਤੇ ਦਿਨ ਸੁਖਬੀਰ ਬਾਦਲ ਵੱਲੋਂ 12 ਹਲਕਿਆਂ ਦੇ ਇੰਚਾਰਜ ਐਲਾਨੇ ਜਾਣ ਤੋਂ ਬਾਅਦ ਹੁਣ ਨਾਭਾ ਵਿੱਚ ਬਗਾਵਤੀ ਸੁਰ ਵੇਖਣ ਨੂੰ ਮਿਲ ਰਹੇ ਹਨ। ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਹਲਕਾ ਇੰਚਾਰਜ ਮੱਖਣ ਸਿੰਘ ਨੇ ਸੁਖਬੀਰ ਬਾਦਲ ਵੱਲੋਂ ਐਲਾਨੇ ਨਵੇਂ ਹਲਕਾ ਇੰਚਾਰਜ ਬਾਬੂ ਕਬੀਰ ਦਾਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ 29 ਅਗਸਤ ਨੂੰ ਨਾਭਾ ਵਿਖੇ ਇੱਕ ਵੱਡਾ ਇਕੱਠ ਕਰਨ ਦਾ ਵੀ ਐਲਾਨ ਕੀਤਾ ਹੈ, ਜਿਸ ਵਿੱਚ ਇਸ ਵਾਰ ਬਾਜੀਗਰਾ ਭਾਈਚਾਰੇ ਤੋਂ ਟਿਕਟ ਦੇਣ ਦੀ ਵੀ ਮੰਗ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਆ ਕਿ ਜਿਹੜਾ ਵੀ ਤੁਸੀਂ ਉਮੀਦਵਾਰ ਇੱਥੇ ਲਿਆਂਦਾ ਹੈਗਾ ਉਹਦਾ ਪੰਥਕ ਪਾਰਟੀ ਨਾਲ ਜਾਂ ਪੰਥਕ ਵਿਚਾਰਾਂ ਨਾਲ ਉਹਦਾ ਕੋਈ ਮੇਲ ਨਹੀਂ ਖਾਂਦਾ। ਮੈਂ ਵੀ ਇਹ ਬੇਨਤੀ ਕਰਨੀ ਚਾਹੁੰਦਾ ਕਿ ਬਾਜੀਗਰ ਭਾਈਚਾਰੇ ਦਾ ਵੀ ਖਾਤਾ ਖੋਲ੍ਹਣਾ ਚਾਹੀਦਾ। ਇੱਕ ਗੱਲ ਕਲੀਅਰ ਕਰ ਦਿੰਦੇ ਆ ਕਿ ਜੇ ਪੰਥਕ ਵਿਰੋਧੀ ਬੰਦਾ ਕੋਈ ਵੀ ਇਲੈਕਸ਼ਨ ਲੜੇਗਾ ਇਹਨਾਂ ਸਾਡੇ ਇਲਾਕਿਆਂ ਦੇ ਵਿੱਚ ਅਸੀਂ ਉਹਦਾ ਵਿਰੋਧ ਕਰਾਂਗੇ, ਡਟ ਕੇ ਕਰਾਂਗੇ। ਜਿਹੜੀਆਂ ਸਾਡੇ ਕੋਲੇ ਜੋ ਵੀ ਸਾਡੇ ਕੋਲੇ ਮਸਾਲਾ ਹੈ, ਜੋ ਗਲਤ ਕਾਰਨਾਮੇ ਹੋਏ ਨੇ ਉਹ ਤੁਹਾਡੇ ਸਾਹਮਣੇ ਰੱਖਾਂਗੇ। ਅਸੀਂ ਪਾਰਟੀ ਫੋਰਮ ਤੇ ਵੀ ਕਿਹਾ ਕਿ ਸਾਨੂੰ 29 ਤੋਂ ਪਹਿਲਾਂ ਉਹ ਪੁੱਛ ਲੈਣ ਤੇ ਅਸੀਂ ਉਹਨਾਂ ਨੂੰ ਸਾਰਾ ਕੁਝ ਦਈਏ ਕਿ ਆਹ ਫਲਾਣੇ ਬੰਦੇ 'ਚ ਆਹ ਫਲਡ ਹੈਗੇ ਨੇ। ਤੇ ਜੇ ਉਹਨਾਂ ਨੂੰ ਪੁੱਛਿਆ ਨਾ ਜਾਵੇ, ਚੁੱਪ ਚਪੀਤੇ ਇੱਦਾਂ ਇਲੈਕਸ਼ਨ ਲੜਾਏ ਜਾਣ, ਫਿਰ ਲੋਕ ਵੋਟ ਪਾਉਣੀ ਹੈ, ਲੋਕਾਂ ਨੇ ਵੋਟ ਪਾਉਣੀ ਹੈ, ਹਲਕੇ ਦੇ ਲੋਕਾਂ ਨੇ ਵੋਟ ਪਾਉਣੀ ਹੈ। ਫਿਰ ਅਸੀਂ ਹਲਕੇ ਝੋਲੀ ਰੱਟ ਕੇ ਤੁਰਾਂਗੇ, ਕਿਉਂਕਿ ਝੋਲੀ ਰੱਟ ਕੇ ਅਸੀਂ ਕਹਾਂਗੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਰਵੇ। ਪਰ ਜਿਹੜੇ ਵਿਰੋਧ ਕਰਨ ਵਾਲੇ ਲੋਕ ਨੇ, ਪੰਥਕ ਵਿਚਾਰਾਂ ਦੀ ਵਿਰੋਧ ਕਰਦੇ ਨੇ ਜਿਹੜੇ, ਅਸੀਂ ਉਹਨਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ। ਇਸੇ ਹੁਣ ਤੱਕ ਦੀਆਂ ਖਬਰਾਂ ਆਓ ਜਾਂਦੇ ਝਾਤ ਮਾਰਦੇ ਹਾਂ ਅੱਜ ਦੀਆਂ ਹੈਡਲਾਈਨਸ ਤੇ। ਹਰਿਆਣਾ ਪੁਲਿਸ ਦਾ ਬੇਰਹਿਮ ਚਿਹਰਾ ਫਿਰ ਆਇਆ ਸਾਹਮਣੇ। ਕਰਨਾਲ ਟੋਲ ਪਲਾਜ਼ਾ ਤੇ ਕਿਸਾਨਾਂ ਉੱਤੇ ਵਰਾਈਆਂ ਅੰਨ੍ਹੇਵਾਹ ਲਾਠੀਆਂ, ਕਈ ਕਿਸਾਨ ਹੋਏ ਜ਼ਖਮੀ। ਚੜੂਨੀ ਨੇ ਲੋਕਾਂ ਨੂੰ ਸੜਕਾਂ ਤੇ ਉਤਰਨ ਦੀ ਕੀਤੀ ਅਪੀਲ।
ਗਿੱਦੜਬਾਹਾ ਵਿਖੇ ਰਾਜਾ ਵੜਿੰਗ ਨੂੰ ਸਵਾਲ ਪੁੱਛਣ ਪਹੁੰਚੇ ਕਿਸਾਨਾਂ ਨੂੰ ਪੁਲਿਸ ਨੇ ਰੋਕਿਆ। ਰਾਜਾ ਵੜਿੰਗ ਨੇ ਕਿਹਾ ਪੁਲਿਸ ਨੇ ਦਿੱਤੀ ਹੈ ਕਿਸਾਨਾਂ ਦੇ ਧਰਨੇ ਸਥਾਨ ਉੱਤੇ ਨਾ ਜਾਣ ਦੀ ਸਲਾਹ। ਕਿਸਾਨਾਂ ਨੇ ਕਿਹਾ ਵੜਿੰਗ ਉਹਨਾਂ ਦੇ ਸਵਾਲਾਂ ਤੋਂ ਭੱਜ ਰਿਹਾ ਹੈ। ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਨੌਜਵਾਨਾਂ ਤੇ ਭੜਕੇ। ਨੌਜਵਾਨਾਂ ਨੇ ਪੁੱਛੇ ਸੀ ਖੇਤੀ ਕਾਨੂੰਨਾਂ ਬਾਰੇ ਕੁਝ ਤਿੱਖੇ ਸਵਾਲ। ਜਲਾਲਪੁਰ ਨੇ ਕਿਹਾ ਆਪਣੇ ਪਿੰਡ ਦੇ ਕੰਮ ਨਹੀਂ ਕਰਵਾਉਣੇ ਚਾਹੁੰਦੇ ਤੇ ਨਾ ਕਰਵਾਓ, ਅੱਗੇ ਤੋਂ ਨਹੀਂ ਆਵਾਂਗਾ ਤੁਹਾਡੇ ਪਿੰਡ। ਪੰਜਾਬ ਦੇ ਲੋਕਾਂ ਨੂੰ ਛੇਤੀ ਮਿਲ ਸਕਦੀ ਹੈ ਸਸਤੀ ਬਿਜਲੀ। ਮੀਡੀਆ ਰਿਪੋਰਟਾਂ ਅਨੁਸਾਰ ਕੈਪਟਨ ਸਰਕਾਰ ਨੇ ਨਿੱਜੀ ਪਾਵਰ ਪਲਾਂਟਾਂ ਨੂੰ ਬਿਜਲੀ ਸਮਝੌਤੇ ਰੱਦ ਕਰਨ ਲਈ ਨੋਟਿਸ ਭੇਜੇ। ਆਮ ਆਦਮੀ ਪਾਰਟੀ ਨੇ ਕਿਹਾ ਕੈਪਟਨ ਤੇ ਯਕੀਨ ਨਹੀਂ। ਅਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਨਵਜੋਤ ਸਿੰਘ ਸਿੱਧੂ ਦੀ ਕੀਤੀ ਮਿਸਤਰੀ ਨਾਲ ਤੁਲਨਾ। ਵਿਜ ਨੇ ਟਵਿੱਟਰ ਤੇ ਲਿਖਿਆ ਜਿਹੜਾ ਮਿਸਤਰੀ ਆਪਣੇ ਹੀ ਘਰ ਦੀਆਂ ਇੱਟਾਂ ਚੁੱਕ ਕੇ ਸੁੱਟਣ ਲੱਗ ਜਾਵੇ ਤਾਂ ਉਸ ਨੂੰ ਘਰ ਨੂੰ ਡਿੱਗਣ ਵਿੱਚ ਦੇਰ ਨਹੀਂ ਲੱਗਦੀ। ਮਨੀਸ਼ ਤਿਵਾੜੀ ਨੇ ਵੀ ਕੱਸਿਆ ਸਿੱਧੂ ਤੇ ਤੰਜ। ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ। ਦੇਖਦੇ ਰਹੋ ਟੀਵੀ ਪੰਜਾਬ। ਧੰਨਵਾਦ।